ਪਰਾਲੀ ਨੂੰ ਲੈ ਕੇ ਭਖੀ ਸਿਆਸਤ। ਪਰਾਲੀ ਨੂੰ ਲੈ ਕੇ ਭਖੀ ਸਿਆਸਤ। ਹਰਿਆਣਾ ਦੇ ਸੀਐਮ ਦਾ ਦਾਅਵਾ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿੱਚ 10% ਦੀ ਸੜੀ ਪਰਾਲੀ ਤਾਂ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਦਿੱਤੀ ਚੁਣੌਤੀ। ਕਿਹਾ ਹਰਿਆਣਾ ਦੇ ਮੰਤਰੀ ਮੇਰੇ ਨਾਲ ਗੱਡੀ 'ਚ ਬੈਠ ਕੇ ਕਰਨ ਦੋਵੇਂ ਸੂਬਿਆਂ ਦਾ ਦੌਰਾ। ਪਰਾਲੀ ਦੇ ਲਈ ਕੇਂਦਰ ਦੇ ਵੱਲੋਂ ਭੇਜੀਆਂ ਮਸ਼ੀਨਾਂ ਨੂੰ ਲੈ ਕੇ ਹੋਇਆ ਵਿਵਾਦ। ਬੀਜੇਪੀ ਦਾ ਇਲਜ਼ਾਮ ਪੰਜਾਬ ਸਰਕਾਰ ਨੇ ਨਹੀਂ ਵੰਡੀਆਂ ਮਸ਼ੀਨਾਂ ਤੇ ਕੇਂਦਰ ਦੇ ਵੱਲੋਂ ਭੇਜਿਆ ਫੰਡ। ਆਮ ਆਦਮੀ ਪਾਰਟੀ ਬੋਲੀ ਹੁਣ ਤੱਕ ਆਈਆਂ ਮਸ਼ੀਨਾਂ ਕਿਸਾਨਾਂ ਨੂੰ ਵੰਡੀਆਂ। ਪਰਾਲੀ ਸਾੜੇ ਜਾਣ ਦੇ ਮਾਮਲਿਆਂ ਤੇ ਸਖਤ ਹੋਈ ਸਰਕਾਰ। ਲੁਧਿਆਣਾ ਦੇ ਵਿੱਚ ਖੇਤੀਬਾੜੀ ਵਿਭਾਗ ਨੇ 57 ਕਿਸਾਨਾਂ ਦੇ ਰਿਕਾਰਡ ਦੇ ਵਿੱਚ ਕੀਤੀ ਰੈੱਡ ਐਂਟਰੀ। 1,92,000 ਦਾ ਜੁਰਮਾਨਾ। ਸਰਕਾਰ ਬੋਲੀ ਐਨਜੀਟੀ ਦੇ ਕਹਿਣ ਦੇ ਉੱਤੇ ਡੀਸੀ ਨੇ ਕੀਤੀ ਕਾਰਵਾਈ। ਬਰਨਾਲਾ ਦੇ ਪਿੰਡ ਕਲਾਲਾ ਦੇ ਵਿੱਚ ਕਿਸਾਨਾਂ ਨੇ ਬੰਦੀ ਬਣਾਈ ਫਾਇਰ ਬ੍ਰਿਗੇਡ ਦੀ ਟੀਮ। ਨਾਇਬ ਤਹਿਸੀਲਦਾਰ ਤੇ ਖੇਤੀਬਾੜੀ ਵਿਭਾਗ ਦੇ ਅਫਸਰ ਵੀ ਘੇਰੇ। ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਲਗਾਈ ਅੱਗ ਨੂੰ ਬੁਝਾਉਣ ਪਹੁੰਚੀ ਸੀ ਟੀਮ। 1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਅੰਮ੍ਰਿਤਪਾਲ, ਅਸੀਂ ਉਹਨਾਂ ਤੋਂ ਮੰਗ ਰਹੇ ਹਾਂ ਇਨਸਾਫ ਜਿਨ੍ਹਾਂ ਖੁਦ ਕੀਤਾ ਕਤਲੇਆਮ। ਸਿੱਖਾਂ ਨੂੰ ਹੋਣਾ ਪਵੇਗਾ ਸ਼ਸਤਰਧਾਰੀ। ਜਲੰਧਰ ਚ ਮੁਠਭੇੜ ਤੋਂ ਬਾਅਦ 5 ਬਦਮਾਸ਼ ਕਾਬੂ। ਪੰਜਾਬ ਅਤੇ ਦਿੱਲੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਦਬੋਚਿਆ। ਇੱਕ ਦੀ ਤਲਾਸ਼ ਅਜੇ ਵੀ ਜਾਰੀ। ਮਾਨਸਾ ਪੁਲਿਸ ਨੂੰ 9 ਨਵੰਬਰ ਤੱਕ ਮਿਲਿਆ ਦੀਪਕ ਟੀਨੂ ਦਾ ਰਿਮਾਂਡ। ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਾਹਮਣੇ ਬਿਠਾ ਕੇ ਟੀਨੂ ਤੋਂ ਹੋਵੇਗੀ ਪੁੱਛ ਪੜਤਾਲ। ਟੀਨੂ ਨੂੰ ਪਟਿਆਲਾ ਸੀਆਈਏ ਸਟਾਫ ਲਿਆਂਦਾ ਗਿਆ। ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ। ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦੇ ਕੇਸ ਦੀ ਸੁਣਵਾਈ ਤੇ ਲਗਾਈ ਰੋਕ। ਹੁਸ਼ਿਆਰਪੁਰ ਕੋਰਟ ਦੇ ਵਿੱਚ ਚੱਲ ਰਿਹਾ ਹੈ ਮੁਕੱਦਮਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜਗਰਾਉਂ ਦੇ ਵਿੱਚ ਕੀਤਾ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ। ਸੀਐਮ ਬੋਲੇ ਚੋਣਾਂ ਵੇਲੇ ਦਿੱਤੀਆਂ ਗਰੰਟੀਆਂ ਇੱਕ ਇੱਕ ਕਰਕੇ ਹੋ ਰਹੀਆਂ ਨੇ ਪੂਰੀਆਂ। ਪੰਜਾਬ ਦਾ ਖਜ਼ਾਨਾ ਭਰ ਕੇ ਲੋਕਾਂ ਦੇ ਵੱਲ ਖੋਲ ਰਹੇ ਹਾਂ ਖਜ਼ਾਨੇ ਦਾ ਮੂੰਹ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਪਰਾਲੀ ਦਾ ਮਸਲਾ ਹੋਵੇ, ਸਿਆਸਤ ਖੂਬ ਹੋ ਰਹੀ ਹੋਵੇ ਤੇ ਪਰਾਲੀ ਉਸ ਥਾਂ ਦੇ ਉੱਤੇ ਸੜ ਰਹੀ ਹੋਵੇ ਜਿੱਥੇ ਬਹੁਤ ਨੇੜੇ ਇੱਕ ਵੱਡਾ ਪਲਾਂਟ ਲੱਗਿਆ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਸ਼ੁਰੂਆਤ ਕਰਨ ਜਾ ਰਹੇ ਹਾਂ। ਖਬਰ ਹੈ ਸੰਗਰੂਰ ਤੋਂ। ਬਾਇਓਗੈਸ ਪਲਾਂਟ ਦੇ ਨੇੜੇ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਸੰਗਰੂਰ ਦੇ ਵਿੱਚ ਨਿਊਜ਼ 18 ਦੇ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ। ਪਲਾਂਟ ਦੇ 200 ਮੀਟਰ ਨੇੜੇ ਹੀ ਪਰਾਲੀ ਨੂੰ ਅੱਗ ਲਗਾਈ ਗਈ, ਸਾੜੀ ਗਈ ਪਰਾਲੀ। ਛੋਟੇ ਕਿਸਾਨਾਂ ਦੀ ਨਹੀਂ ਚੁੱਕੀ ਜਾ ਰਹੀ ਪਰਾਲੀ, ਇਹ ਕਿਸਾਨ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ। ਬਾਇਓਗੈਸ ਪਲਾਂਟ ਦਾ ਸਾਨੂੰ ਕੋਈ ਫਾਇਦਾ ਨਹੀਂ, ਇਹ ਵੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ। ਖੈਰ ਕਾਬਿਲੇ ਗੌਰ ਹੈ ਕਿ ਇਹ ਬਾਇਓਗੈਸ ਪਲਾਂਟ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਉੱਠੇ, ਪਰ ਸਰਕਾਰ ਦੇ ਨੁਮਾਇੰਦੇ ਦਾਅਵਾ ਕਰਦੇ ਨੇ ਕਿ ਇਸ ਪਲਾਂਟ ਦੇ ਜ਼ਰੀਏ ਇਲਾਕੇ ਦੇ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਦੀ ਪਰਾਲੀ ਨੂੰ ਜਿਹੜੀ ਬਾਇਓਗੈਸ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਤੇ ਇਸ ਕਰਕੇ ਇਹ ਪਲਾਂਟ ਹੈ। ਪਰ ਜਦੋਂ ਇਸ ਪਲਾਂਟ ਦੇ 200 ਮੀਟਰ ਨੇੜੇ ਯਾਨੀ ਕਿ ਬਿਲਕੁਲ ਪਲਾਂਟ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਸਵਾਲ ਉੱਠਣੇ ਲਾਜ਼ਮੀ ਨੇ। ਹੁਣ ਪੁਆਇੰਟ ਨੰਬਰ 1, ਕਿਸਾਨ ਕੀ ਕਹਿ ਰਹੇ ਨੇ? ਕਿਸਾਨ ਕਹਿ ਰਹੇ ਨੇ ਕਿ ਜਿਹੜੇ ਛੋਟੇ ਕਿਸਾਨ ਨੇ ਯਾਨੀ ਕਿ ਜਿਨ੍ਹਾਂ ਦੇ ਕੋਲੋਂ ਘੱਟ ਪਰਾਲੀ ਹੈ ਜਾਂ ਘੱਟ ਜ਼ਮੀਨ ਹੈ ਤਾਂ ਉਹਨਾਂ ਦੀ ਪਰਾਲੀ ਇਸ ਪਲਾਂਟ ਦੇ ਨੁਮਾਇੰਦੇ ਨਹੀਂ ਲੈ ਰਹੇ। ਤੇ ਦੂਜਾ ਪੁਆਇੰਟ ਇਹ ਹੈ ਕਿ ਜੇ ਇੰਨੀ ਨੇੜੇ ਪਲਾਂਟ ਦੇ ਵਿੱਚ ਪਰਾਲੀ ਕਿਸਾਨ ਨਹੀਂ ਲੈ ਕੇ ਜਾ ਪਾ ਰਹੇ ਤਾਂ ਫਿਰ ਸਰਕਾਰ ਹੱਲ ਦੇਵੇ ਕਿਵੇਂ? ਕੀ ਸਰਕਾਰ ਹੱਲ ਦੇ ਦੇਗੀ ਜੇਕਰ ਕਿਸਾਨਾਂ ਦੇ ਵੱਲੋਂ ਪਲਾਂਟ ਦੇ ਇੰਨੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ? ਸਵਾਲ ਬਹੁਤ ਗੰਭੀਰ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਇੱਕ ਪਾਸੇ ਕਿਸਾਨਾਂ ਦੇ ਕੋਲ ਹੈਪੀ ਸੀਡਰ ਜਾਂ ਸੁਪਰ ਸੀਡਰ ਵਰਗੀਆਂ ਮਸ਼ੀਨਾਂ, ਰੋਟਾਵੀਟਰ ਵਰਗੀਆਂ ਮਸ਼ੀਨਾਂ ਹੋਣ, ਇਹ ਜ਼ਿਕਰ ਹੋ ਰਿਹਾ ਹੈ। ਦੂਜੇ ਪਾਸੇ ਇਹ ਵੀ ਜ਼ਿਕਰ ਹੁੰਦਾ ਕਿ ਜੇ ਪਰਾਲੀ ਦੀਆਂ ਗੱਠਾਂ ਬਣਾ ਲਈਆਂ ਗਈਆਂ ਤਾਂ ਫਿਰ ਉਸ ਦਾ ਕਰੀਏ ਕੀ? ਤਾਂ ਇੱਕ ਪਲਾਂਟ ਲੱਗਿਆ ਹੋਇਆ ਸੰਗਰੂਰ ਦੇ ਵਿੱਚ ਬਟਾਲਾ ਕਲਾਂ ਪਿੰਡ ਦੇ ਵਿੱਚ, ਤਾਂ ਉਸ ਪਲਾਂਟ ਦੇ ਵਿੱਚ ਲੈ ਕੇ ਜਾ ਸਕਦੇ ਨੇ ਪਰਾਲੀ ਕਿਸਾਨ, ਇਹ ਕਿਹਾ ਜਾ ਰਿਹਾ ਹੈ। ਪਰ ਉਸ ਪਲਾਂਟ ਦੇ ਨੇੜੇ ਹੀ ਇਹ ਅੱਗ ਲਗਾਈ ਜਾ ਰਹੀ ਹੈ। ਉੱਥੇ ਜਾਇਜ਼ਾ ਲਿਆ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਨੇ। ਝੋਨੇ ਦੀ ਫਸਲ ਵੱਢਣ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਪਰਾਲੀ ਦੀ ਆਉਂਦੀ ਹੈ। ਸਰਕਾਰ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਪਰ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਮਜਬੂਰੀਆਂ ਨੇ, ਸਾਨੂੰ ਕੋਈ ਪੁਖਤਾ ਪ੍ਰਬੰਧ ਕਰਕੇ ਦਿੱਤੇ ਜਾਣ ਤਾਂ ਜਿਸ ਤੋਂ ਬਾਅਦ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ। ਇਸ ਵਕਤ ਅਸੀਂ ਸੰਗਰੂਰ ਦੇ ਪਿੰਡ ਭਟਾਲ ਕਲਾਂ ਵਿਖੇ ਮੌਜੂਦ ਹਾਂ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੀ 18 ਤਰੀਕ ਨੂੰ ਆ ਕੇ ਇੱਕ ਬਾਇਓਗੈਸ ਪਲਾਂਟ ਦਾ ਉਦਘਾਟਨ ਕੀਤਾ ਸੀ ਜੋ ਕਿ
ਏਸ਼ੀਆ ਦਾ ਸਭ ਤੋਂ ਵੱਡਾ ਬਾਇਓਗੈਸ ਪਲਾਂਟ ਉਹਨਾਂ ਵੱਲੋਂ ਦੱਸਿਆ ਗਿਆ ਸੀ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਸੀ ਕਿ 30 ਕਿਲੋਮੀਟਰ ਦੇ ਲਗਭਗ ਪਿੰਡਾਂ ਦੇ ਵਿੱਚ ਇਹ ਜਿਹੜਾ ਬਾਇਓਗੈਸ ਪਲਾਂਟ ਆ ਪਰਾਲੀ ਚੱਕੇਗਾ ਤੇ ਇਸ ਇਲਾਕੇ ਦੇ ਕਿਸੇ ਵੀ ਕਿਸਾਨ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਪਰ ਅਸੀਂ ਪਿੰਡ ਭਟਾਲ ਕਲਾਂ ਦੇ ਵਿੱਚ ਹੀ ਮੌਜੂਦ ਹਾਂ, ਜਿਸ ਜਗ੍ਹਾ ਦੇ ਉੱਪਰ ਫੈਕਟਰੀ ਬਣੀ ਹੈ। ਤੁਹਾਨੂੰ ਪਿੱਛੇ ਤਸਵੀਰਾਂ ਵੀ ਦਿਖਾਉਣੀਆਂ ਚਾਹਾਂਗੇ ਕਿ ਸਾਹਮਣੇ ਤੁਹਾਨੂੰ ਫੈਕਟਰੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੋਣੀਆਂ। ਤਕਰੀਬਨ ਇੱਥੋਂ 200 ਮੀਟਰ ਦੇ ਉੱਪਰ ਜਿਹੜੇ ਤੁਹਾਨੂੰ ਫੈਕਟਰੀ ਦੇ ਵੱਡੇ ਵੱਡੇ ਬੋਇਲਰ ਨੇ ਦਿਖਾਈ ਦੇ ਰਹੇ ਹੋਣੇ, ਪਰ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਕਿਸਾਨਾਂ ਦੇ ਖੇਤਾਂ ਦੀਆਂ ਦਿਖਾਵਾਂਗੇ ਕਿ ਕਿਸਾਨ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਲਈ ਮਜਬੂਰ ਹੋਏ ਨੇ। ਕੀ ਕਾਰਨ ਨੇ, ਕਿਉਂ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ, ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਕਿਵੇਂ ਦੇਖਦੇ ਹੋ, ਤੁਹਾਡਾ ਪਿੰਡ ਕਿਹੜਾ ਪਹਿਲਾਂ ਮੈਨੂੰ ਇਹ ਦੱਸੋ। ਹਲਕਲਾਂ ਜਿਹੜੀ ਫੈਕਟਰੀ ਆ ਸਾਹਮਣੇ ਤੁਹਾਡੇ ਤੋਂ ਕਿੰਨੀ ਦੂਰੀ ਤੇ ਆ? ਸਾਰੀ 200 ਮੀਟਰ ਤੇ ਹੈ ਜੀ। ਪਰ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਹੋ, ਕੀ ਮਜਬੂਰੀਆਂ ਨੇ, ਕੀ ਕਾਰਨ ਨੇ? ਇਹਨਾਂ ਨੂੰ ਫੋਨ ਕਰਿਆ ਸੀ 3-4 ਦਿਨ ਹੋ ਗਏ, ਹਲੇ ਰੋਜ਼ ਕਹਿ ਦਿੰਦੇ ਨੇ ਵੀ 2-3 ਦਿਨ ਖੜ ਜਾਓ ਵੀ ਫੇਰ ਲੈ ਕੇ ਜਾਵਾਂਗੇ। ਇਸ ਪਿੰਡ ਦੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਕਿੰਨੇ ਕੁ ਕਿਸਾਨ ਨੇ ਤੇ ਕਿੰਨੀ ਕੁ ਜ਼ਿਆਦਾ ਇਹਨਾਂ ਨੇ ਇੱਥੋਂ ਪਰਾਲੀ ਚੱਕੀ ਆ? ਪੂਰਾਂ ਤੋਂ ਵੱਧ ਜੀ ਸਾਰੀ ਆਪਣਾ 50 ਕੁ ਕਿੱਲਿਆਂ ਦੀ ਚੱਕੀ ਹੋਣੀ ਹੈ ਰੋਡ ਦੇ ਉੱਪਰੋਂ। ਬਾਕੀ ਸਾਰੇ ਕਿਸਾਨਾਂ ਨੇ ਅੱਕ ਕੇ ਅੱਗ ਲਾਈ ਹੈ। ਤਾਂ ਕਿਸਾਨ ਇਹ ਤਰਕ ਦੇ ਰਹੇ ਨੇ ਕਿ ਰੋਜ਼ ਲਾਰਾ ਲਗਾ ਦਿੱਤਾ ਜਾਂਦਾ ਤੇ ਕਹਿ ਦਿੱਤਾ ਜਾਂਦਾ ਕਿ ਪਰਾਲੀ ਚੱਕਾਂਗੇ, ਪਰ ਪਰਾਲੀ ਨਹੀਂ ਚੁੱਕੀ ਗਈ। ਖੈਰ ਪਲਾਂਟ ਨੂੰ ਲੈ ਕੇ ਵੀ ਫਿਰ ਸਵਾਲ ਉੱਠਦੇ ਨੇ, ਪਰ ਬਹੁਤ ਨੇੜੇ ਹੈ, ਕਰੀਬ 200 ਮੀਟਰ ਨੇੜੇ ਵੀ ਜੇਕਰ ਕਿਸਾਨਾਂ ਨੂੰ ਪਰਾਲੀ ਅੱਗ ਲਗਾਉਣੀ ਪੈ ਰਹੀ ਹੈ ਜਾਂ ਫਿਰ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਨੇ, ਉਸ ਨਾਲ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਜੁੜੀ ਹੋਈ ਹੈ ਪਰਾਲੀ ਦੇ ਨਾਲ ਹੀ, ਕਿਉਂਕਿ ਸਿਆਸਤ ਵੀ ਖੂਬ ਹੋ ਰਹੀ ਹੈ। SYL ਤੋਂ ਬਾਅਦ ਹੁਣ ਹਰਿਆਣਾ, ਪੰਜਾਬ ਪਰਾਲੀ ਪ੍ਰਦੂਸ਼ਣ ਨੂੰ ਲੈ ਕੇ ਵੀ ਆਮੋ ਸਾਹਮਣੇ ਤੇ ਹਰਿਆਣਾ ਨੇ ਪਰਾਲੀ ਦੇ ਧੂਏ ਦਾ ਠੀਕਰਾ ਪੰਜਾਬ ਦੇ ਸਿਰ ਭੰਨਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਦਾਅਵਾ ਹੈ ਕਿ ਪੰਜਾਬ ਦੀ ਤੁਲਨਾ ਦੇ ਵਿੱਚ ਹਰਿਆਣਾ ਨੇ 10% ਵੀ ਪਰਾਲੀ ਨਹੀਂ ਸਾੜੀ ਅਤੇ ਪੰਜਾਬ ਦੇ ਕਰੀਬ 13,000 ਮਾਮਲਿਆਂ ਦੇ ਮੁਕਾਬਲੇ ਹਰਿਆਣਾ 'ਚ ਸਿਰਫ 1925 ਥਾਵਾਂ ਦੇ ਉੱਤੇ ਹੀ ਪਰਾਲੀ ਨੂੰ ਅੱਗ ਲਗਾਈ ਗਈ। लेकिन अगर हम पंजाब के साथ तुलना करते हैं तो पंजाब का हम 10% भी हम उसमें नहीं हैं, 10% के आसपास है। हमारे यहाँ पराली के जलाने की घटनाएं बहुत कम हो गई हैं। ਤੇ ਹਰਿਆਣਾ 'ਚ ਪ੍ਰਦੂਸ਼ਣ ਦੇ ਲਈ ਸੀਐਮ ਨੇ ਪੰਜਾਬ 'ਚ ਸਾੜੀ ਜਾ ਰਹੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਧੂਏ ਦਾ ਅਸਰ ਸਿਰਫ ਪੰਜਾਬ ਹੀ ਨਹੀਂ, ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਜਾਵੇਗਾ। हम भी अपील करेंगे कि पॉल्यूशन जो किसी स्टेट एक में नहीं रहता। पराली तो एक ही प्रदेश में जलेगी, लेकिन उसके दुष्परिणाम जो होंगे वो पूरे इलाके में होते हैं। उसको कोई लिमिटेशन नहीं है, कोई उसकी सीमा नहीं है। तो उस प्रदूषण का असर तो आखिर हरियाणा में भी पड़ेगा, चंडीगढ़ में भी पड़ेगा, चंडीगढ़ में भी पड़ेगा, बढ़ते बढ़ते दिल्ली तक भी असर होता है, गुड़गांव में भी असर होता है। ਤਾਂ ਪੰਜਾਬ 'ਚ ਪਰਾਲੀ ਸੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। 15 ਸਤੰਬਰ ਤੋਂ 31 ਅਕਤੂਬਰ ਤੱਕ 16,004 ਮਾਮਲੇ ਸਾਹਮਣੇ ਆਏ, ਜਦਕਿ 2021 ਦੇ ਵਿੱਚ 31 ਅਕਤੂਬਰ ਤੱਕ ਸਿਰਫ 13,124। ਹਾਲਾਂਕਿ 2020 ਦੇ ਵਿੱਚ 29,615 ਥਾਵਾਂ ਦੇ ਉੱਤੇ ਇਹਨਾਂ ਦਿਨਾਂ 'ਚ ਪਰਾਲੀ ਸਾੜੀ ਗਈ ਸੀ। ਤਾਂ ਪਰਾਲੀ ਸਾੜੀ ਜਾ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਕਸੂਰਵਾਰ ਪੰਜਾਬ ਦੇ ਕਿਸਾਨਾਂ ਨੂੰ ਦੱਸਿਆ ਜਾ ਰਿਹਾ। ਹਰਿਆਣੇ ਵਾਲੇ ਵੀ ਦੱਸ ਰਹੇ ਨੇ, ਦਿੱਲੀ ਵਾਲੇ ਵੀ। ਖੈਰ ਹਰਿਆਣਾ ਦੇ ਸੀਐਮ ਦੀ ਇਹ ਸਟੇਟਮੈਂਟ ਸਾਹਮਣੇ ਆਈ ਤੇ ਮੁੱਦਾ ਸਿਆਸੀ ਬਣਨਾ ਹੀ ਸੀ। ਤਾਂ ਸੀਐਮ ਮਨੋਹਰ ਲਾਲ ਨੇ ਪ੍ਰਦੂਸ਼ਣ ਦਾ ਟੋਕਰਾ ਪੰਜਾਬ ਦੇ ਸਿਰ ਧਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਜਵਾਬ ਦਿੱਤਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 1.5 ਮਹੀਨਾ ਹੋ ਗਿਆ ਇਸ ਕੰਮ ਨੂੰ ਲੱਗਿਆ ਨੂੰ। ਖੱਟਰ ਜੀ ਅੱਜ ਬੋਲੇ ਜੋ ਸਾਰਾ ਹਰਿਆਣਾ ਸੜ ਗਿਆ। ਹਰਿਆਣੇ ਦੇ ਵਿੱਚ ਕੰਮ ਹੋ ਗਿਆ, ਬਹੁਤ ਬੁਰੀ ਹਾਲਤ ਹੋਈ ਹਰਿਆਣੇ 'ਚ। ਜਿੰਨੀ ਅੱਗ ਉੱਥੇ ਉਹਦੇ ਮੁਕਾਬਲੇ ਪੰਜਾਬ 'ਚ ਹੈ ਹੀ ਨਹੀਂ। ਤਾਂ ਬੀਜੇਪੀ ਨੇ ਇੱਕ ਨਹੀਂ ਪੰਜਾਬ ਤੇ 2 ਨਿਸ਼ਾਨੇ ਸਾਧੇ ਤੇ ਕੇਂਦਰ ਦੇ ਵੱਲੋਂ ਦਿੱਤੀਆਂ ਖੇਤੀ ਮਸ਼ੀਨਾਂ ਤੇ ਪੰਜਾਬ 'ਚੋਂ ਉੱਠ ਰਹੇ ਧੂਏ ਦੇ ਨਾਲ ਪ੍ਰਦੂਸ਼ਿਤ ਦਿੱਲੀ ਦਾ ਦਰਦ ਸਭ ਕੁਝ ਇੱਕੋ ਸਾਹ ਪਰੋ ਦਿੱਤਾ। ਸਾਡੇ ਨਾਲ ਬਹੁਤ ਜ਼ਿਆਦਾ ਕੋਮਸਾ ਬਾਉਣ ਪੰਜਾਬ ਹਰਿਆਣੇ 'ਚ। ਮੈਂ ਉਹਨਾਂ ਨੂੰ ਦਿਖਾਉਣਾ ਦਬਾਬਾ ਪੂਰਾ ਸਮਾਂ ਜਿੱਥੇ ਅੱਗ ਨਹੀਂ ਲੱਗੀ, ਕਿਤੇ 5% ਲੱਗੀ, 95% ਕਿਤੇ ਕੋਈ ਅੱਗ ਨਹੀਂ ਲੱਗੀ। ਹਰਿਆਣੇ ਦੇ ਵਿੱਚੋਂ ਦੀ ਲੰਘ ਜਾਂਦੇ ਜੀ। ਆਹ ਦੇਖਿਓ ਜਦੋਂ ਹਰਿਆਣੇ ਵਾਲਿਆਂ ਨੇ ਜ਼ਿਆਦਾ ਸਾੜਤਾ ਕਿ ਅਸੀਂ ਸਾੜਤਾ, ਤੁਹਾਨੂੰ ਦੱਸ ਦਿਓ ਵੇਖ ਕੇ। 1,20,000 ऐसी पंजाब सरकार के पास उपलब्ध थी। केंद्र सरकार ने उनको चिट्ठी लिखी, इसका इस्तेमाल करिए। ये रिपोर्ट कहती है कि इन मशीनों का प्रयोग ही नहीं किया गया। ਬੀਜੇਪੀ ਨਾਲ ਕਦੇ ਭਾਈਵਾਲ ਰਹੇ ਅਕਾਲੀ ਦਲ ਨੇ ਮੌਕਾ ਸੰਭਾਲਿਆ ਤੇ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਦੇ ਹਿੱਸੇ ਦੇ 500 ਰੁਪਏ ਦੇਣ ਵਾਲੇ ਅਜੇ ਬਾਕੀ ਨੇ। 500 ਰੁਪਇਆ ਪੰਜਾਬ ਸਰਕਾਰ ਪਾਏਗੀ, 500 ਦਿੱਲੀ ਸਰਕਾਰ ਪਾਏਗੀ ਤੇ ਅਸੀਂ 2,000 ਰੁਪਇਆ ਪਰ ਏਕੜ ਕਿਸਾਨ ਨੂੰ ਦਿਆਂ। ਹੁਣ ਦਿੱਲੀ ਵਾਲਿਆਂ ਨੇ ਜਵਾਬ ਦੇ ਦਿੱਤਾ, ਪਰ ਤੁਹਾਨੂੰ ਆਪਣਾ 500 ਦਿਨ ਤੋਂ ਕੌਣ ਰੋਕਦਾ?
ਤਾਂ ਸਿਆਸਤ ਖੂਬ ਹੋ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਹੱਲ ਕਿਸਾਨ ਉਡੀਕ ਰਹੇ ਨੇ ਕਿ ਪਰਾਲੀ ਨੂੰ ਅੱਗੋਂ ਨਾ ਲਗਾਉਣ। ਪਰ ਇਸ ਸਭ ਦੇ ਵਿਚਾਲੇ ਜਦੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਨਿਊਜ਼ 18 ਗੱਲਬਾਤ ਕਰ ਰਿਹਾ ਸੀ ਤਾਂ ਉਸ ਇੰਟਰਵਿਊ ਦੇ ਦੌਰਾਨ ਹੀ ਉਹਨਾਂ ਨੂੰ ਪਤਾ ਲੱਗਦਾ ਕਿ ਪਰਾਲੀ ਇੱਕ ਥਾਂ ਤੇ ਸੜ ਰਹੀ ਹੈ। ਜਾਂ ਇੰਟਰਵਿਊ ਦੌਰਾਨ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਖੰਨਾ ਇਲਾਕੇ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਫੌਰਨ ਖੇਤੀਬਾੜੀ ਮੰਤਰੀ ਨੇ ਉਸ ਵੀਡੀਓ ਨੂੰ ਦੇਖਿਆ ਤੇ ਉਸ ਤੋਂ ਬਾਅਦ ਉੱਥੇ ਦੇ ਅਧਿਕਾਰੀ ਨੂੰ ਫੋਨ ਕੀਤਾ ਗਿਆ ਖੰਨਾ ਇਲਾਕਾ ਦੇ ਤੇ ਨਾਲ ਹੀ ਕਿਹਾ ਗਿਆ ਕਿ ਜਾ ਕੇ ਤੁਸੀਂ ਅੱਗ ਦੇ ਉੱਤੇ ਕਾਬੂ ਪਾਓ, ਬੁਝਵਾਓ ਅੱਗ ਨੂੰ ਜੋ ਪਰਾਲੀ ਨੂੰ ਲਗਾਈ ਗਈ। ਹੈਲੋ ਸਰ, ਕਿੱਥੇ ਆ? ਮਲਕਪੁਰੇ ਚ ਅੱਗ ਲੱਗੀ, ਕਿੱਥੇ ਹੋ ਤੁਸੀਂ? ਖੰਨੇ ਚ? ਹਾਂ ਜਲ ਕੋਈ ਗੱਲ ਨਹੀਂ, ਉੱਥੇ ਜਾ ਕੇ ਕਿਸਾਨਾਂ ਨੂੰ ਸਮਝਾਓ ਕਿ ਜਦ ਅੱਗੇ ਨਾ ਲਾਉਣ, ਜਿੰਨੀ ਕਿਤੇ ਲੱਗੀ ਤੇ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰੋ। ਉਹ ਦੇਖੋ ਸਾਡੇ ਅਧਿਕਾਰੀ ਲੱਗੇ ਮੌਕੇ ਤੇ ਲੱਗੇ। ਇਹ ਲਾਈਵ ਹੈ ਇਸ ਵੇਲੇ ਅੱਗ ਲੱਗੀ ਹੋਈ ਲੁਧਿਆਣੇ ਔਰ ਕੰਟਰੋਲ ਰੂਮ 'ਚ ਫੋਨ ਕਰ ਦਿੱਤਾ ਹੈ ਤੁਰੰਤ। ਇਹ ਕਿੰਨਾ ਨਾਲ ਗੱਲ ਹੋ ਰਹੀ ਤੁਹਾਡੀ ਮੌਕੇ ਤੇ? ਚੀਫ ਲੁਧਿਆਣੇ ਦੇ ਚੀਫ ਐਗਰੀਕਲਚਰ ਅਫਸਰ ਨਾਲ। ਤਾਂ ਮੌਕੇ ਦੇ ਉੱਤੇ ਹੀ ਫੋਨ ਤਾਂ ਕਰ ਦਿੱਤਾ ਗਿਆ, ਪਰ ਕਿੰਨੇ ਫੋਨ ਜਾਂਦੇ ਹੋਣਗੇ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਪਰਾਲੀ ਸੜਨ ਦੇ ਮਾਮਲੇ ਤਾਂ ਲਗਾਤਾਰ ਸਾਹਮਣੇ ਆ ਰਹੇ ਨੇ। ਖੈਰ ਜਦੋਂ ਖੁਦ ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਐਕਸ਼ਨ ਦੇ ਵਿੱਚ ਨਜ਼ਰ ਆਉਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਝੋਨੇ ਦੀ ਪਰਾਲੀ ਸੜਨ ਦੇ ਵੱਧਦੇ ਮਾਮਲਿਆਂ ਦੇ ਉੱਤੇ ਪੰਜਾਬ ਸਰਕਾਰ ਨੇ ਹੁਣ ਸਖਤ ਰੁਖ ਵੀ ਅਪਣਾਇਆ ਤੇ ਲੁਧਿਆਣਾ 'ਚ ਖੇਤੀਬਾੜੀ ਵਿਭਾਗ ਨੇ ਪਰਾਲੀ ਸੜਨ ਵਾਲੇ ਕਿਸਾਨਾਂ ਤੇ ਵੱਡਾ ਐਕਸ਼ਨ ਕੀਤਾ ਹੈ ਤੇ ਲੁਧਿਆਣਾ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਹੁਣ ਤੱਕ 750 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ 'ਚ ਕਿਸਾਨਾਂ ਨੂੰ 1,92,000 ਦਾ ਜੁਰਮਾਨਾ ਕੀਤਾ ਗਿਆ ਹੈ। ਇਹੀ ਨਹੀਂ, ਪ੍ਰਸ਼ਾਸਨ ਨੇ ਹੋਰ ਸਖਤੀ ਕਰਦਿਆਂ 57 ਕਿਸਾਨਾਂ ਦੇ ਰਿਕਾਰਡ ਤੇ ਲਾਲ ਲੀਕ ਮਾਰ ਦਿੱਤੀ। ਪਿਛਲੇ 2 ਦਿਨ ਦੇ ਵਿੱਚ ਥੋੜੇ ਮਾਮਲੇ ਵੱਧ ਗਏ ਨੇ, 658 ਮਾਮਲੇ ਆ ਚੁੱਕੇ ਨੇ ਤੇ ਇਹਦੇ ਲਈ ਸਾਰੀਆਂ ਟੀਮਾਂ ਫਿਰ ਰਹੀਆਂ ਨੇ ਤੇ 1,92,000 ਰੁਪਇਆ ਅਸੀਂ ਜਿਹੜਾ ਜੁਰਮਾਨਾ ਵੀ ਇੰਪੋਜ਼ ਕਰ ਦਿੱਤਾ ਵਾ। ਰੈੱਡ ਐਂਟਰੀਆਂ ਹੋ ਰਹੀਆਂ ਨੇ ਇਹਦੇ ਲਈ। ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਦੇ ਰਿਕਾਰਡ ਦੇ ਉੱਤੇ ਰੈੱਡ ਐਂਟਰੀ ਨਾ ਕਰਨ ਦੀ ਗੱਲ ਕਹੀ ਸੀ, ਜਦੋਂ ਸਤੰਬਰ ਮਹੀਨੇ ਪੱਤਰਕਾਰਾਂ ਨੇ ਖੇਤੀ ਮੰਤਰੀ ਨੂੰ ਇਸ ਬਾਰੇ ਸਵਾਲ ਕੀਤਾ ਸੀ। ਹਾਂ, ਜਦੋਂ ਸਾੜਨਗੇ ਫਿਰ ਆਪਾਂ ਦੇਖਾਂਗੇ ਕਿ ਕੀ ਡਿਸਾਈਡ ਕਰਨਾ, ਬਟ ਇਦਾਂ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਨਾ ਹੀ ਰੈੱਡ ਐਂਟਰੀ ਕਰ ਰਹੇ, ਕੁਝ ਨਹੀਂ ਕਰ ਰਹੇ, ਇਦਾਂ ਦਾ ਕੋਈ ਚੱਕਰ ਨਹੀਂਗਾ। ਅਸੀਂ ਤੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ, ਪਿਆਰ ਨਾਲ ਸਭ ਨੂੰ ਕਹਿ ਰਹੇ ਹਾਂ ਕਿ ਯਾਰ ਪੰਜਾਬ ਸਭ ਦਾ ਸਾਂਝਾ। ਤਾਂ ਹੁਣ ਰੈੱਡ ਐਂਟਰੀ ਦੀ ਐਂਟਰੀ ਹੋ ਚੁੱਕੀ ਹੈ ਤੇ ਅਧਿਕਾਰੀ ਅਤੇ ਸਰਕਾਰ ਦੇ ਬਿਆਨ ਆਪਸ ਦੇ ਵਿੱਚ ਮੇਲ ਖਾਂਦੇ ਤਾਂ ਨਜ਼ਰ ਨਹੀਂ ਆ ਰਹੇ। ਹਾਲਾਂਕਿ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ 4 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਸੀ, ਜਿਹੜੇ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਵਿੱਚ ਅਸਫਲ ਰਹੇ ਸੀ। ਉਧਰ ਬਰਨਾਲਾ ਦੇ ਕਲਾਲਾ ਪਿੰਡ ਦੇ ਵਿੱਚ ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਇੱਕ ਟੀਮ ਤੇ ਗੱਡੀ ਨੂੰ ਹੀ ਕਬਜ਼ੇ ਦੇ ਵਿੱਚ ਲੈ ਲਿਆ। ਹੋਇਆ ਕੁਝ ਇਸ ਤਰ੍ਹਾਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਕਲਾਲਾ ਪਿੰਡ ਦੇ ਵਿੱਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਉਣ ਪਹੁੰਚੀ ਸੀ ਅਤੇ ਜਿਵੇਂ ਹੀ ਕਿਸਾਨਾਂ ਨੇ ਫਾਇਰ ਬ੍ਰਿਗੇਡ ਨੂੰ ਦੇਖਿਆ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਹੀ ਘੇਰ ਲਿਆ ਅਤੇ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਗਏ। ਹੁਣ ਇਹਨਾਂ ਨੇ ਫਾਇਰ ਬ੍ਰਿਗੇਡ ਧੱਕੇ ਨਾਲ ਆ ਸਾਡੇ ਕਿਸਾਨਾਂ ਦਾ ਸ਼ੋਸ਼ਣ ਕਰਨ ਲਈ ਇਹ ਭੇਜ ਰਹੇ ਨੇ। ਜਦੋਂ ਲੋੜ ਸੀ, ਜਦੋਂ 1860 ਏਕੜ ਸਾਡੀ ਕਣਕ ਤਬਾਹ ਹੋਈ ਸੀ, ਉਦੋਂ ਕਿੱਥੇ ਸੀ ਫਾਇਰ ਬ੍ਰਿਗੇਡ? ਕਿਸਾਨ ਨੇ ਫਾਇਰ ਬ੍ਰਿਗੇਡ ਦੇ ਨਾਲ ਆਈ ਟੀਮ ਨੂੰ ਵੀ ਉਸ ਵੇਲੇ ਤੱਕ ਬੰਦਕ ਬਣਾ ਕੇ ਰੱਖਿਆ ਜਦੋਂ ਤੱਕ ਉਹ ਖੁਦ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਨਹੀਂ ਦੇ ਰਹੇ ਸੀ। ਫਿਰ ਉਸ ਤੋਂ ਬਾਅਦ ਟੀਮ ਨੂੰ ਛੱਡਿਆ ਗਿਆ। ਤਾਂ ਕਿਸਾਨਾਂ ਦੇ ਵੱਲੋਂ ਗੱਡੀ ਨੂੰ ਘੇਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਭਰੋਸਾ ਦਿੱਤਾ ਗਿਆ ਕਿ ਕੋਈ ਕਾਰਵਾਈ ਨਹੀਂ ਹੋਏਗੀ, ਕੋਈ ਪਰਚਾ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਹੀ ਫਿਰ ਗੱਡੀ ਨੂੰ ਛੱਡਿਆ ਗਿਆ। ਖੈਰ ਜਦੋਂ ਇਸ ਤਰੀਕੇ ਨਾਲ ਕੋਈ ਜ਼ਰੂਰੀ ਐਮਰਜੈਂਸੀ ਸੇਵਾਵਾਂ ਵਾਲੀ ਗੱਡੀ ਜਾਂ ਟੀਮ ਨੂੰ ਘੇਰ ਲਿਆ ਜਾਵੇ, ਵਜ੍ਹਾ ਕੁਝ ਵੀ ਹੋਵੇ, ਬੰਦਕ ਤੱਕ ਬਣਾਉਣ ਦੀ ਗੱਲ ਸਾਹਮਣੇ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਤਾਂ ਰੌਲਾ ਪਰਾਲੀ ਦਾ ਤੇ ਜਲੰਧਰ ਦੇ ਖੇਤੀਬਾੜੀ ਅਧਿਕਾਰੀ ਸੱਪ ਲੰਘਣ ਤੋਂ ਬਾਅਦ ਲੀਕ ਕੁੱਟ ਰਹੇ। ਇਹ ਕਹਾਵਤ ਇਸ ਲਈ ਕਿਉਂਕਿ ਪ੍ਰਸ਼ਾਸਨ ਅਕਸਰ ਕਿਸਾਨਾਂ ਨੂੰ ਪਰਾਲੀ ਨਾ ਸੜਨ ਦੇ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਦਾ ਰਾਗ ਅਲਾਪਦਾ ਹੈ, ਪਰ ਹੁਣ ਜਦੋਂ ਖੇਤਾਂ 'ਚ ਪਰਾਲੀ ਲਗਭਗ ਸੜੀ ਜਾ ਚੁੱਕੀ ਹੈ ਤਾਂ ਹੁਣ ਪ੍ਰਸ਼ਾਸਨ ਲਕੀਰ ਕੁੱਟਣ ਲੱਗਿਆ ਹੈ ਤੇ ਕਿਸਾਨਾਂ ਨੂੰ ਸੱਦ ਕੇ ਮਸ਼ੀਨਾਂ ਵੰਡ ਰਿਹਾ ਹੈ। ਉਹਦੇ ਲਈ ਟੈਂਡਰ ਪ੍ਰਕਿਰਿਆ ਕੰਪਲੀਟ ਕਰਕੇ ਕੱਲ ਸਾਡੇ ਕੋਲ ਕੱਲ ਤੇ ਪਰਸੋਂ ਦੇ ਵਿੱਚ ਸਾਡੇ ਕੋਲ ਮਸ਼ੀਨਾਂ ਪਹੁੰਚ ਗਈਆਂ। ਅੱਜ ਡੀਸੀ ਸਾਹਿਬ ਉਹਨਾਂ ਨੂੰ ਝੰਡੀ ਦੇ ਕੇ ਕੁਝ ਫਾਰਮਰ ਸਾਡੇ ਕੋਲ ਆਏ ਨੇ, ਕਿਸਾਨ ਆਏ ਨੇ, ਉਹ ਲੈ ਕੇ ਜਾਣਗੇ
ਹਾਲਾਂਕਿ ਕਿਸਾਨਾਂ ਨੂੰ ਮਸ਼ੀਨਾਂ ਸਮੇਂ ਤੋਂ ਪਿੱਛੋਂ ਮਿਲੀਆਂ ਨੇ, ਪਰ ਫਿਰ ਵੀ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਨੇ। मशीनों के साथ हम जिम्मेदारों को भी सहायता होती है। अगर सरकार साथ दे रही है तो जिम्मेदारों को भी अच्छा ही है ना। ਤਾਂ ਕਿਸਾਨਾਂ ਨੂੰ ਕੇਂਦਰ ਸਬਸਿਡੀ ਰਾਹੀਂ ਖੇਤੀ ਉਪਕਰਨ ਦਿੰਦਾ ਹੈ, ਪਰ ਪ੍ਰਸ਼ਾਸਨ ਤੇ ਅਧਿਕਾਰੀ ਸ਼ਾਇਦ ਇਹਨਾਂ ਨੂੰ ਵੰਡਣਾ ਇੰਨਾ ਜ਼ਰੂਰੀ ਨਹੀਂ ਸਮਝਦੇ ਜਿੰਨਾ ਰਿਕਾਰਡ ਦੇ ਉੱਤੇ ਰੈੱਡ ਐਂਟਰੀ ਨੂੰ ਸਮਝਿਆ ਜਾਂਦਾ ਹੈ। ਪਰ ਫਿਰ ਵੀ ਦੇਰ ਆਏ ਦੁਰਸਤ ਆਏ। ਪਰ ਕਿਤੇ ਜ਼ਿਆਦਾ ਦੇਰ ਤਾਂ ਨਹੀਂ ਹੋਗੀ ਆਉਂਦੇ ਇਹ ਵੀ ਸਵਾਲ ਹੈ, ਕਿਉਂਕਿ ਪਰਾਲੀ ਦਾ ਸੀਜ਼ਨ ਤਾਂ ਲੰਘ ਰਿਹਾ ਹੈ ਤੇ ਇਸ ਵਿਚਾਲੇ ਜੇ ਮਸ਼ੀਨਾਂ ਟਾਈਮ ਤੇ ਨਹੀਂ ਪਹੁੰਚਣਗੀਆਂ ਤਾਂ ਫਿਰ ਕਿਸ ਤਰੀਕੇ ਨਾਲ ਇਸ ਦਾ ਹੱਲ ਹੋਏਗਾ। ਉਧਰ ਪਰਾਲੀ ਪ੍ਰਦੂਸ਼ਣ ਦੇ ਵਿਚਾਲੇ ਨੰਗਲ ਦੇ ਅਗਮਪੁਰ ਦਾ ਇੱਕ ਕਿਸਾਨ ਅਜਿਹਾ ਵੀ ਹੈ ਜੋ ਹੋਰਨਾਂ ਕਿਸਾਨਾਂ ਦੇ ਲਈ ਮਿਸਾਲ ਹੈ। ਤੇ ਇਹ ਖੇਤ ਉਸ ਕਿਸਾਨ ਖੁਸ਼ਪਾਲ ਸਿੰਘ ਦੇ ਨੇ ਜਿਸ ਨੂੰ ਪਰਾਲੀ ਨਾ ਸਾੜਨ ਤੇ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਦੇ ਵੱਲੋਂ ਬੈਸਟ ਫਾਰਮਰ ਅਵਾਰਡ ਮਿਲ ਚੁੱਕਿਆ ਹੈ। ਖੁਸ਼ਪਾਲ ਸਿੰਘ ਪਿਛਲੇ 15 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ, ਸਗੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਮਿੱਟੀ 'ਚ ਮਿਲਾ ਕੇ ਅਗਲੀ ਫਸਲ ਬੀਜਦਾ ਹੈ। 14-15 ਸਾਲ ਤੋਂ ਖੇਤਾਂ 'ਚ ਅੱਗ ਨਹੀਂ ਲਾਈ ਮੈਂ, ਇਸ ਕਰਕੇ ਮੈਂ ਖੇਤੀ ਹੁਣ ਤਾਂ ਬੜੇ ਸਾਧਨ ਹੋ ਗਏ, ਐਗਰੀਕਲਚਰ ਡਿਪਾਰਟਮੈਂਟ ਵੱਲ ਸਾਨੂੰ ਬੜੀ ਮਸ਼ੀਨਰੀਆਂ ਮੁਹੱਈਆ ਕਰ ਰਹੀਆਂ ਵੀ ਨਹੀਂ ਵੀ ਸੁਪਰ ਸੀਡਰ ਤੇ ਹੋਰ ਚੀਜ਼ਾਂ। ਕਿਸਾਨ ਖੁਸ਼ਪਾਲ ਸਿੰਘ ਮੁਤਾਬਕ ਪਰਾਲੀ ਸੜਨ ਦੇ ਨਾਲ ਨਾ ਸਿਰਫ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਮਿੱਤਰ ਕੀੜਿਆਂ ਦੇ ਸੜਨ ਦੇ ਨਾਲ ਧਰਤੀ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਹੁੰਦਾ ਹੈ। ਕਿਉਂ ਅੱਗ ਲਾਉਣ ਨਾਲ ਜ਼ਮੀਨ ਦੀ ਧਰਤੀ ਜਿਹੜੀ ਹੈ ਨਾ ਇਹਦੀ ਨਸਲ ਵੀ ਖਰਾਬ ਹੁੰਦੀ ਹੈ, ਮਿੱਤਰ ਕੀੜੇ ਮਰ ਜਾਂਦੇ, ਅਗਲੀ ਵਾਰੀ ਸਾਡੇ ਝਾੜ ਨੂੰ ਵੀ ਫਰਕ ਪੈਂਦਾ। ਇਸ ਵਾਸਤੇ ਮੈਂ ਤਾਂ ਰਿਕੁਐਸਟ ਕਰਦਾ ਵੀ ਕੋਈ ਬੰਦਾ ਕਿਸਾਨ ਹੈ ਜਿਹੜਾ ਖੇਤ 'ਚ ਅੱਗ ਨਾ ਲਾਵੇ। ਤਾਂ ਜਦੋਂ ਹਰ ਪਾਸੇ ਧੂਆਂ ਹੈ, ਖੇਤਾਂ 'ਚ ਅੱਗ ਦੇ ਭਾਂਬੜ ਨੇ ਤੇ ਧੂਆਂ ਅਤੇ ਧੂਏ ਦਾ ਡਾਟਾ ਅਸਮਾਨੀ ਚੜ੍ਹ ਰਿਹਾ ਹੈ, ਅਜਿਹੇ 'ਚ ਖੁਸ਼ਪਾਲ ਸਿੰਘ ਵਰਗੇ ਕਿਸਾਨ ਵਾਕਈ ਉਹਨਾਂ ਸਭ ਦੇ ਲਈ ਉਦਾਹਰਨ ਨੇ ਜੋ ਮੰਨਦੇ ਨੇ ਕਿ ਪਰਾਲੀ ਦਾ ਹੱਲ ਸਿਰਫ ਅੱਗ ਨਾਲ ਹੋ ਸਕਦਾ ਹੈ। ਤਾਂ ਜੇਕਰ ਖੁਸ਼ਪਾਲ ਸਿੰਘ ਦੇ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਤਾਂ ਫਿਰ ਬਾਕੀ ਕਿਸਾਨਾਂ ਨੂੰ ਵੀ ਸੋਚਣਾ ਹੋਏਗਾ ਕਿ ਉਹਨਾਂ ਦੇ ਕੋਲ ਇਹ ਵਾਲਾ ਬਦਲ ਕਿ ਨਹੀਂ ਹੈ। ਖੈਰ ਜਦੋਂ ਇੱਕ ਵੀ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਵੇ, ਚੁਗਿਰਦੇ ਬਾਰੇ ਸੋਚੇ ਤੇ ਖੁਦ ਕੋਈ ਨਾ ਕੋਈ ਕਦਮ ਚੁੱਕ ਕੇ ਪਰਾਲੀ ਦੀ ਸਾਂਭ ਸੰਭਾਲ ਕਰ ਦੇਵੇ, ਫਿਰ ਫਰਕ ਤਾਂ ਪੈਂਦਾ। ਹੁਣ ਅੱਗੇ ਵਧਦੇ ਤੇ ਖਬਰ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਦੇ ਵਿੱਚ ਮੈਡੀਕਲ ਦੇ ਲਈ ਹਸਪਤਾਲ ਲਿਆਂਦਾ ਗਿਆ ਮੁਲਜ਼ਮ ਪੁਲਿਸ ਦੀ ਗਿਰਫਤ ਤੋਂ ਫਰਾਰ ਹੋ ਗਿਆ ਤੇ ਉਸ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਮੁਲਜ਼ਮ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਵੇਂ ਹੱਥ ਛੁਡਵਾ ਕੇ ਪੁਲਿਸ ਮੁਲਾਜ਼ਮ ਦੇ ਕੋਲੋਂ ਇਹ ਭੱਜਿਆ ਹੈ ਤੇ ਇੱਥੇ ਭੱਜ ਕੇ ਅੱਗੇ ਕੀ ਹੋਇਆ, ਇਸ ਤੋਂ ਬਾਅਦ ਕੀ ਹੁੰਦਾ ਹੈ। ਪੁਲਿਸ ਮੁਲਾਜ਼ਮ ਜੋ ਉੱਥੇ ਮੌਜੂਦ ਸੀ ਮਗਰ ਭੱਜਦੇ ਹੋਏ ਤੁਹਾਨੂੰ ਨਜ਼ਰ ਆ ਰਹੇ ਨੇ, ਤਾਂ ਅੱਗੇ ਕੀ ਹੋਇਆ ਤੁਹਾਨੂੰ ਥੋੜੀ ਦੇਰ 'ਚ ਦੱਸਾਂਗੇ। ਪਰ ਉਸ ਤੋਂ ਪਹਿਲਾਂ ਖਬਰ ਲੁਧਿਆਣਾ ਤੋਂ। ਲੁਧਿਆਣਾ ਦੇ ਗਿਆਸਪੁਰਾ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਲੀਕ ਹੋਣ ਦੀ ਵਜ੍ਹਾ ਦੇ ਨਾਲ ਹਫੜਾ ਦਫੜੀ ਮਚ ਗਈ। ਤੇ ਫੈਕਟਰੀ 'ਚੋਂ ਲੀਕ ਹੋਈ ਗੈਸ ਇਲਾਕੇ ਦੇ ਵਿੱਚ ਫੈਲ ਗਈ। ਫੈਕਟਰੀ ਦੇ ਬਾਹਰ ਸੜਕ ਤੱਕ ਆਈ ਤਾਂ ਲੋਕ ਵੀ ਇਸ ਦੀ ਲਪੇਟ ਦੇ ਵਿੱਚ ਆਉਂਦੇ ਨਜ਼ਰ ਆਏ। ਉਧਰ ਗੈਸ ਲੀਕ ਹੋਣ ਕਾਰਨ ਨਾਲ ਬਣੀ ਫੈਕਟਰੀ ਦੇ 5 ਮਜ਼ਦੂਰ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਫੌਰਨ ਹਸਪਤਾਲ ਭੇਜਿਆ ਗਿਆ। कितने बंदे जो बेहोश थे? 500 बंदे बेहोश। ਤੇ ਫੈਕਟਰੀ 'ਚ ਕਾਰਬਨ ਡਾਈਆਕਸਾਈਡ ਦਾ ਟੈਂਕਰ ਆਇਆ ਸੀ। ਗੈਸ ਸ਼ਿਫਟ ਕਰਦੇ ਸਮੇਂ ਸੇਫਟੀ ਵਾਲਵ ਖਰਾਬ ਹੋ ਗਿਆ, ਜਿਸ ਨੂੰ ਫੈਕਟਰੀ ਫੋਰਮੈਨ ਨੇ ਕੁਝ ਸਮੇਂ ਬਾਅਦ ਬੰਦ ਕੀਤਾ। ਘਟਨਾ ਦੀ ਇਤਲਾਹ ਮਿਲਦਿਆਂ ਹੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੀ ਪਹੁੰਚੇ ਅਤੇ ਮਾਮਲੇ ਦੀ ਜਾਂਚ ਦੀ ਗੱਲ ਕਹੀ। ਜਿਹੜੀ ਸਥਿਤੀ ਹੈ ਅੰਡਰ ਕੰਟਰੋਲ ਹੈ, ਕੋਈ ਫਿਲਹਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਲੇਕਿਨ ਇਹਦੀ ਜਾਂਚ ਜ਼ਰੂਰ ਹੋਏਗੀ ਤੇ ਇੱਕ ਟੀਮ ਬਣੇਗੀ, ਜਾਂਚ ਹੋਏਗੀ, ਜਿਹੜਾ ਦੋਸ਼ੀ ਪਾਇਆ ਗਿਆ ਉਹਦੇ ਤੇ ਕਾਰਵਾਈ ਹੋਏਗੀ। ਹਾਲਾਂਕਿ ਇਹ ਘਟਨਾਕ੍ਰਮ ਕਰੀਬ 15 ਤੋਂ 20 ਮਿੰਟ ਤੱਕ ਚੱਲਦਾ ਰਿਹਾ, ਪਰ ਰਾਹਤ ਦੀ ਗੱਲ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਫੋਰਮੈਨ ਦੀ ਸੂਝ-ਬੂਝ ਦੀ ਵਜ੍ਹਾ ਨਾਲ ਵੱਡਾ ਹਾਦਸਾ ਹੁਣੋਂ ਟਲ ਗਿਆ। ਤਾਂ ਰਾਹਤ ਦੀ ਗੱਲ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਇਸ ਪੂਰੇ ਮਾਮਲੇ ਦੇ ਵਿੱਚ ਨਹੀਂ ਹੋਇਆ, ਪਰ ਇਹ ਜਿਸ ਤਰੀਕੇ ਨਾਲ ਗੈਸ ਰਿਸਾਵ ਹੋਇਆ ਇੱਕ ਵੱਡੀ ਤਰਾਸਦੀ ਨੂੰ ਵੀ ਯਾਦ ਕਰਵਾਉਂਦਾ ਹੈ। ਜੀ ਹਾਂ, ਭੋਪਾਲ ਗੈਸ ਤਰਾਸਦੀ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ, ਜੋ ਅਸੀਂ ਰੋਜ਼ਾਨਾ ਆਪਣੇ ਦਰਸ਼ਕਾਂ ਤੋਂ ਪੁੱਛਦੇ ਹਾਂ ਤੇ ਅੱਜ ਇਸ ਮਾਮਲੇ ਦੇ ਨਾਲ ਹੀ ਜੁੜਿਆ ਹੋਇਆ ਸਵਾਲ। ਭੋਪਾਲ ਗੈਸ ਤਰਾਸਦੀ ਦੇ ਵਿੱਚ ਕਿਸ ਗੈਸ ਦਾ ਰਿਸਾਵ ਹੋਇਆ ਸੀ, ਕਿਹੜੀ ਗੈਸ ਦਾ ਰਿਸਾਵ ਹੋਇਆ ਸੀ? ਤਾਂ 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਕਾਰਬਨ ਡਾਈਆਕਸਾਈਡ, B ਹਾਈਡਰੋਜਨ ਪੈਰੋਕਸਾਈਡ, C ਮਿਥਾਈਲ ਆਈਸੋਸਾਈਨੇਟ ਜਾਂ D ਨਾਈਟ੍ਰਿਕ ਆਕਸਾਈਡ। ਕਾਬਿਲੇ ਗੌਰ ਹੈ ਕਿ ਜਿਹੜਾ ਮੁੱਦਾ ਲੁਧਿਆਣਾ ਦੇ ਵਿੱਚ ਸਾਹਮਣੇ ਆਇਆ, ਰਾਹਤ ਦੀ ਗੱਲ ਰਹੀ ਹੈ ਕਿ ਕੋਈ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ, ਪਰ ਭੋਪਾਲ ਗੈਸ ਤਰਾਸਦੀ ਦੇ ਵਿੱਚ ਬਹੁਤ ਲੋਕਾਂ ਦੀ ਜਾਨ ਚਲੀ ਗਈ ਸੀ।
ਕਦੋਂ ਹੋਇਆ ਸੀ ਔਰ ਕਿਹੜੀ ਗੈਸ ਦਾ ਰਿਸਾਵ ਹੋਇਆ ਸੀ, ਉਤੋਂ ਕੀ ਕੁਝ ਹੋਇਆ, ਪੂਰੀ ਜਾਣਕਾਰੀ ਦੇ ਨਾਲ ਇਸ ਸਵਾਲ ਦਾ ਜਵਾਬ ਤੁਹਾਨੂੰ ਦੱਸਾਂਗੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ। ਉਦੋਂ ਸਾਬਕਾ ਸਰਕਾਰ ਦੇ ਸਮੇਂ ਸ਼ੁਰੂ ਹੋਈਆਂ 108 ਐਂਬੂਲੈਂਸਾਂ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗਈਆਂ। ਤੇ ਸਿੱਧੇ ਸ਼ਬਦਾਂ ਦੇ ਵਿੱਚ ਐਂਬੂਲੈਂਸ ਕੰਡਮ ਹੋ ਚੁੱਕੀਆਂ ਨੇ। ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਐਂਬੂਲੈਂਸ ਦੇ ਵਿੱਚ ਨਾ ਤਾਂ ਫਰਸਟ ਏਡ ਦਾ ਸਮਾਨ ਹੈ ਤੇ ਨਾ ਹੀ ਲੰਬੇ ਸਮੇਂ ਤੋਂ ਐਂਬੂਲੈਂਸ ਨੂੰ ਰਿਪੇਅਰ ਕਰਵਾਇਆ ਗਿਆ ਹੈ, ਜਿਸ ਕਾਰਨ ਗੱਦੇ, ਸਟ੍ਰੈਚਰ ਸਣੇ ਸਭ ਕੁਝ ਮਰੀਜ਼ ਦੀਆਂ ਲੱਤਾਂ ਬਾਹਾਂ ਵਾਂਗੂ ਟੁੱਟਿਆ ਨਜ਼ਰ ਆਉਂਦਾ ਹੈ। ਤਸਵੀਰਾਂ ਵੇਖ ਸਕਦੇ ਹੋ ਕਿ ਆਖਿਰਕਾਰ ਇਹਨਾਂ ਦੀਆਂ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਰਹੇ ਨੇ ਕਿ ਬਾਡੀ ਹੈ ਜਿਹੜੀ ਪੂਰੀ ਕੰਡਮ ਹੁੰਦੀ ਨਜ਼ਰ ਆ ਰਹੀ ਹੈ ਔਰ ਐਂਬੂਲੈਂਸ ਹੈ ਜਿਹੜੀ ਉਹ ਖੁਦ ਬਿਮਾਰ ਨਜ਼ਰ ਆ ਰਹੀ ਹੈ। ਅੰਦਰ ਜਿਹੜਾ ਸਮਾਨ ਹੈ ਉਹ ਜ਼ਰੂਰੀ ਹੋਣਾ ਜ਼ਰੂਰੀ ਹੈ, ਬੇਸ਼ੱਕ ਉਹ ਪੱਟੀਆਂ ਹੋਣ ਜਾਂ ਮੌਕੇ ਦੇ ਨਾਲ ਇੰਜੈਕਸ਼ਨ ਹੋਵੇ, ਟੇਬਲੇਟਸ ਹੋਣ। ਤੁਸੀਂ ਅੰਦਰ ਦਾ ਨਜ਼ਾਰਾ ਦੇਖ ਸਕਦੇ ਹੋ ਕਿ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ। ਕੰਡਮ ਹੈ ਜਿਹੜੀ ਇਹ ਐਂਬੂਲੈਂਸ ਹੁੰਦੀ ਨਜ਼ਰ ਆ ਰਹੀ ਹੈ। ਤੇ ਆਲਮ ਇਹ ਹੈ ਕਿ ਮਰੀਜ਼ਾਂ ਨੂੰ ਦੇਣ ਦੇ ਲਈ ਕਾਟਨ, ਮੱਲਮ ਪੱਟੀ ਤੇ ਦਰਦ ਦੀ ਗੋਲੀ ਤੱਕ ਨਹੀਂ ਹੈ, ਲਿਹਾਜ਼ਾ ਮਰੀਜ਼ ਨੂੰ ਐਂਬੂਲੈਂਸ ਦੇ ਵਿੱਚ ਬਿਠਾ ਕੇ ਰੱਬ ਦਾ ਨਾਮ ਲੈਣ ਦੇ ਲਈ ਹੀ ਕਿਹਾ ਜਾਂਦਾ ਹੈ। ਨਾ ਤਾਂ ਇਹਦੇ ਵਿੱਚ ਕਾਟਨ ਆਈ ਹੈ, ਨਾ ਇਹਦੇ ਵਿੱਚ ਕੋਈ ਪੇਨ ਕਿਲਰ ਆਇਆ। ਜਦੋਂ ਦੋਨੇ ਚੀਜ਼ਾਂ ਸਾਡੇ ਕੋਲ ਹੈ ਨਹੀਂ ਗੀਆਂ ਫਿਰ ਅਸੀਂ ਕਿੱਥੋਂ ਲਾਵਾਂਗੇ? ਸਾਡੀ ਤਨਖਾਹ ਕੋਈ 9000 ਰੁਪਏ ਤਨਖਾਹ ਅਸੀਂ ਪੱਲੇ ਉਹਦਾ ਹੁਣ ਰੱਖ ਨਹੀਂ ਸਕਦੇ ਇਹਦੇ ਵਿੱਚ ਕੋਈ ਫਸਟ ਏਡ ਜਦੋਂ ਹੈ ਹੀ ਨਹੀਂ, ਬਸ ਮਰੀਜ਼ ਆਦਾ ਇੱਕ ਚੱਕ ਕੇ ਉਹਨੂੰ ਟਿਕਾਣੇ ਤੇ ਪਹੁੰਚਾ ਦਿੰਦੇ ਆ। ਹਾਲਾਂਕਿ ਸਮਾਨ ਨਹੀਂ ਹੈ ਪਰ ਮਰੀਜ਼ ਨੂੰ ਫਰਸਟ ਏਡ ਦੇਣ ਦੇ ਲਈ ਸਟਾਫ ਜ਼ਰੂਰ ਰੱਖਿਆ ਗਿਆ ਹੈ, ਪਰ ਇੱਥੇ ਵੀ ਇੱਕ ਪੰਗਾ ਹੈ ਕਿ ਸਟਾਫ ਠੇਕੇ ਦੇ ਉੱਤੇ ਹੈ ਤੇ ਤਨਖਾਹ ਨਾ ਮਿਲਣ ਕਾਰਨ ਉਹ ਵੀ ਐਂਬੂਲੈਂਸ ਦੀ ਤਰ੍ਹਾਂ ਤਰਸਯੋਗ ਹਾਲਾਤ ਦੇ ਵਿੱਚ ਪਹੁੰਚਿਆ ਹੋਇਆ ਹੈ। ਕੁੱਲ ਮਿਲਾ ਕੇ ਬੇੜਾ ਪੂਰੀ ਤਰ੍ਹਾਂ ਗਰਕ ਨਜ਼ਰ ਆਉਂਦਾ ਹੈ। ਤਾਂ ਐਂਬੂਲੈਂਸ ਦਾ ਜੇਕਰ ਇਹ ਹਾਲ ਹੈ ਤਾਂ ਫਿਰ ਇਸ ਐਂਬੂਲੈਂਸ ਨੂੰ ਐਂਬੂਲੈਂਸ ਕਿਹਾਈ ਕਿਉਂ ਜਾਵੇ? ਕਿਉਂਕਿ ਐਂਬੂਲੈਂਸ ਦੇ ਵਿੱਚ ਮੁੱਢਲੀਆਂ ਸਹੂਲਤਾਂ ਤਾਂ ਹੋਣੀਆਂ ਚਾਹੀਦੀਆਂ ਕਿ ਜੇਕਰ ਕੋਈ ਸ਼ਖਸ ਬਿਮਾਰ ਹੋ ਜਾਂਦਾ ਐਂਬੂਲੈਂਸ ਦਾ ਸਹਾਰਾ ਉਸ ਨੂੰ ਮਿਲਦਾ ਹੈ ਤਾਂ ਫਰਸਟ ਏਡ ਤਾਂ ਘੱਟੋ ਘੱਟ ਹੋਵੇ। ਪਰ ਜਦੋਂ ਨਾ EMPLOYEES ਹੋਣ ਤੇ ਨਾ ਹੀ ਐਂਬੂਲੈਂਸ ਕੋਈ ਸਹੂਲਤ ਹੋਵੇ, ਬਾਹਰ ਵੱਡੇ ਵੱਡੇ ਅੱਖਰਾਂ 'ਚ ਸਿਰਫ ਲਿਖਿਆ ਐਂਬੂਲੈਂਸ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ 1 ਨਵੰਬਰ ਦਾ ਇਤਿਹਾਸ ਕੀ ਹੈ ਉਹ ਤੁਹਾਨੂੰ ਦੱਸਾਂਗੇ। 1 ਨਵੰਬਰ ਦਾ ਇਤਿਹਾਸ ਜੁੜਿਆ ਹੋਇਆ ਸਟੀਮ ਇੰਜਨ ਦੇ ਨਾਲ। ਜੀ 1 ਨਵੰਬਰ ਦੇ ਦਿਨ ਭਾਰਤ ਦੇ ਵਿੱਚ ਪਹਿਲਾ ਸਟੀਮ ਇੰਜਨ ਤਿਆਰ ਹੋਇਆ ਸੀ। 1 ਨਵੰਬਰ 1950 ਨੂੰ ਦੇਸ਼ਬੰਧੂ ਨਾਮ ਦੇ ਪਹਿਲੇ ਸਟੀਮ ਇੰਜਨ ਨੂੰ ਤਿਆਰ ਕੀਤਾ ਗਿਆ। ਉਸ ਸਮੇਂ ਦੇਸ਼ ਦੇ ਤਤਕਾਲੀ ਰਾਸ਼ਟਰਪਤੀ, ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ ਇਸ ਸਟੀਮ ਇੰਜਨ ਨੂੰ ਦੇਸ਼ ਨੂੰ ਸਮਰਪਿਤ ਕੀਤਾ, ਲੋਕਾਰਪਣ ਕੀਤਾ ਅਤੇ ਉਸੇ ਦਿਨ ਇਸ ਫੈਕਟਰੀ ਦਾ ਨਾਮ ਬਦਲ ਕੇ ਪ੍ਰਸਿੱਧ ਦੇਸ਼ ਭਗਤ ਅਤੇ ਸਮਾਜ ਸੇਵੀ ਸ਼੍ਰੀ ਦੇਸ਼ਬੰਧੂ ਚਿਤਰੰਜਨ ਦਾਸ ਦੇ ਨਾਮ ਦੇ ਉੱਤੇ ਚਿਤਰੰਜਨ ਰੇਲ ਇੰਜਨ ਕਾਰਖਾਨਾ ਰੱਖ ਦਿੱਤਾ ਗਿਆ ਸੀ। 1971 ਦੇ ਵਿੱਚ ਸਟੀਮ ਇੰਜਨਾਂ ਦਾ ਨਿਰਮਾਣ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਅਤੇ ਇਸ ਦੇ ਵਿੱਚ ਡੀਜ਼ਲ ਇੰਜਨ ਬਣਾਏ ਜਾਣ ਲੱਗੇ ਤੇ ਹੌਲੀ-ਹੌਲੀ ਇਲੈਕਟ੍ਰਿਸਿਟੀ ਦਾ ਦੌਰ ਆ ਗਿਆ। ਅੱਜ ਦੀ ਡੇਟ ਦੇ ਵਿੱਚ ਜਿਹੜੇ ਤੁਸੀਂ ਇੰਜਨ ਦੇਖਦੇ ਹੋ, ਰੇਲ ਇੰਜਨ ਹੁੰਦੇ ਨੇ, ਉਹ ਸਾਰੇ ਬਿਜਲੀ ਦੇ ਨਾਲ ਦੌੜਦੇ ਨੇ। ਇਹ 1 ਨਵੰਬਰ ਦਾ ਦਿਨ ਸੀ ਜਦੋਂ ਪਹਿਲਾ ਸਟੀਮ ਇੰਜਨ ਤਿਆਰ ਹੋਇਆ ਸੀ। 1 ਨਵੰਬਰ ਦਾ ਦਿਨ ਪੰਜਾਬ ਦੇ ਲਈ ਵੀ ਬਹੁਤ ਅਹਿਮ ਹੈ। 1 ਨਵੰਬਰ ਪੰਜਾਬ ਡੇ ਦੇ ਤੌਰ ਦੇ ਉੱਤੇ ਵੀ ਮਨਾਇਆ ਜਾਂਦਾ। 1966 ਦੇ ਵਿੱਚ ਪੰਜਾਬ ਤੋਂ ਹਰਿਆਣਾ, ਹਿਮਾਚਲ ਵੱਖ ਹੋਏ ਸਨ ਤੇ ਇਸ ਕਰਕੇ 1 ਨਵੰਬਰ ਦਾ ਦਿਨ ਪੰਜਾਬ ਦੇ ਉਸ ਦੌਰ ਦੇ ਨਾਲ ਵੀ ਜੁੜਿਆ ਹੋਇਆ ਹੈ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚੱਲਿਆ ਬਹੁਤ ਛੋਟੇ ਜਿਹੇ ਬ੍ਰੇਕ ਦਾ। ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।